ब्रेकफास्ट पास 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਜਿਹੜਾ ਸਾਡਾ ਮੇਨ ਇਵੈਂਟ ਹੈ ਲਿਬਰਲ ਦੀ ਕਨਵੈਨਸ਼ਨ ਜਿਹੜੀ ਆਟਵਾ 'ਚ ਹੋਈ 13, 14 ਔਰ 15 ਨੂੰ। ਅਸੀਂ ਉਹ ਇਵੈਂਟਸ ਕਵਰ ਕੀਤੇ, ਅਸੀਂ ਉਹਨੂੰ ਐਨਾਲਾਈਜ਼ ਕਰਨ ਜਾ ਰਹੇ ਹਾਂ। ਸਟੂਡੀਓ 'ਚ ਅਸੀਂ ਦਾਵਤ ਦਿੱਤੀ ਹੈ ਸੁਖਵਿੰਦਰ ਸਿੰਘ ਜੀ ਹੰਸਰਾ ਨੂੰ। ਵੈਲਕਮ ਟੂ ਦ ਸਟੂਡੀਓ ਸਰ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਐਜ਼ ਵੀ ਆਲ ਨੋ ਇਟ ਵਾਜ਼ ਅ ਬਿਗ ਇਵੈਂਟ ਅਤੇ ਅਸੀਂ ਉਹਨੂੰ ਕਵਰ ਵੀ ਕੀਤਾ। ਐਨਾਲਿਸਿਸ ਅਸੀਂ ਇਹ ਆਪਣੇ ਲੋਕਾਂ ਅੱਗੇ ਦੱਸਣ ਦੀ ਕੋਸ਼ਿਸ਼ ਕਰਨੀ ਹੈ ਕਿ ਵਾਟ ਵਾਜ਼ ਦੀ ਆਊਟਕਮ, ਵਾਟ ਡਿਸੀਜਨਸ ਵਰ ਮੇਡ ਐਂਡ ਹਾਊ ਦੀ ਇਵੈਂਟ ਆਲ ਵੈਂਟ। ਪਹਿਲਾਂ ਤਾਂ ਵਾਰ ਸਾਹਿਬ ਮੈਂ ਸਮਝਦਾ ਕਿ ਜਦੋਂ ਕਿਸੇ ਪੋਲੀਟੀਕਲ ਪਾਰਟੀ, ਖਾਸ ਕਰਕੇ ਉਹ ਪੋਲੀਟੀਕਲ ਪਾਰਟੀ ਜਿਹਨੇ ਸਭ ਤੋਂ ਵੱਧ ਸਮਾਂ ਕੈਨੇਡਾ ਦੇ ਉੱਤੇ ਰੂਲ ਕੀਤਾ, ਉਹਦੀ ਜਦੋਂ ਬਾਇਐਨੂਅਲ ਕਨਵੈਨਸ਼ਨ ਹੁੰਦੀ ਆ ਤਾਂ ਉਹ ਭਾਵੇਂ ਕਿ ਉਹ ਸਿਰਫ ਲਿਬਰਲ ਮੈਂਬਰਸ ਦੀ ਹੋਈ ਕਨਵੈਨਸ਼ਨ ਸੀਗੀ, ਉਸ ਪਾਰਟੀ ਦੇ ਮੈਂਬਰਾਂ ਦੀ ਸੀ, ਪਰ ਹਰ ਕੈਨੇਡੀਅਨ ਦਾ ਉਹਦੇ ਨਾਲ ਕੋਈ ਨਾ ਕੋਈ ਰਿਸ਼ਤਾ, ਕੋਈ ਸੰਬੰਧ ਹੈ, ਕੰਸਰਨ ਹੈ, ਕਿਉਂਕਿ ਉਹਦੀਆਂ ਜੋ ਪਾਲਿਸੀਜ਼ ਆ ਇਵੈਂਚੁਅਲੀ ਉਹ ਗਵਰਨਮੈਂਟ ਪਾਲਿਸੀਜ਼ ਬਣਨਗੀਆਂ। ਉੱਥੇ ਜਿੰਨੀਆਂ ਪਾਲਿਸੀ ਡਿਸਕਸ਼ਨਸ ਹੋਈਆਂ, ਕਿਉਂਕਿ ਪਾਲਿਸੀ ਕਨਵੈਨਸ਼ਨ ਸੀਗੀ, ਇਹਦੇ 'ਤੇ ਬਹੁਤ ਸਾਰੀਆਂ ਪਾਲਿਸੀਜ਼ ਫਰਾਈਡੇ, ਸੈਟਰਡੇ, ਈਵਨ ਸੰਡੇ ਟੂ ਦ ਵੈਰੀ ਐਂਡ ਜਦੋਂ ਕਨਵੈਨਸ਼ਨ ਸਮਾਪਤ ਵੀ ਹੋਣ ਵਾਲੀ ਸੀ ਉਦੋਂ ਵੀ ਪਾਲਿਸੀਜ਼ ਦੇ ਉੱਤੇ ਡਿਸਕਸ਼ਨਸ ਹੋ ਰਹੀਆਂ ਸਨ ਅਤੇ ਵੋਟਾਂ ਪੈ ਰਹੀਆਂ ਸੀ। ਸੋ ਇਸ ਕਰਕੇ ਉਹ ਬੜੀ ਅਹਿਮ ਜਿਹੀ ਕਨਵੈਨਸ਼ਨ ਸੀਗੀ ਲਿਬਰਲ ਪਾਰਟੀ ਦੀ ਇਹ, ਅਤੇ ਇਸੇ ਕਰਕੇ ਮੈਂ ਸਮਝਦਾ ਕਿ ਹਰ ਕੈਨੇਡੀਅਨ ਨੂੰ ਇਸ ਕਨਵੈਨਸ਼ਨ ਦੀ ਵੈਬਸਾਈਟ 'ਤੇ ਜਾ ਕੇ ਡਾਕੂਮੈਂਟੇਸ਼ਨ ਡਾਊਨਲੋਡ ਕਰਕੇ ਆਪਣੇ ਆਪ ਉਹਨੂੰ ਸਟੱਡੀ ਕਰਨਾ ਚਾਹੀਦਾ ਕਿ ਇਹ ਪਾਰਟੀ ਹੈ ਜਿਹੜੀ ਇਹ ਭਵਿੱਖ ਦੇ ਵਿੱਚ ਕੀ ਕਰਨਾ ਚਾਹੁੰਦੀ ਹੈ। ਭਾਵੇਂ ਕਿ ਪਿਛਲੀਆਂ ਇਲੈਕਸ਼ਨਸ ਦੇ ਵਿੱਚ ਅਸੀਂ ਵੇਖਿਆ ਕਿ ਲਿਬਰਲ ਪਾਰਟੀ ਦਾ ਬੜਾ ਬੁਰਾ ਹਾਲ ਹੋਇਆ, ਬਹੁਤ ਹੀ ਨਮੋਸ਼ੀ ਸਹਿਣੀ ਪਈ ਲਿਬਰਲ ਪਾਰਟੀ ਨੂੰ। ਇਹ ਲਿਬਰਲ ਪਾਰਟੀ ਦੀਆਂ ਆਪਣੀਆਂ ਗਲਤੀਆਂ ਦੇ ਕਾਰਨ ਹੋਇਆ, ਇਹ ਕਿਸੇ ਨੇ ਉਹ ਬਾਹਰੋਂ ਆ ਕੇ ਨਹੀਂ ਕੀਤਾ। ਬਹੁਤ ਸਾਰੇ ਵੋਟਰ ਇਹਨਾਂ ਦੀਆਂ ਜੋ ਆਪ ਹੁਦਰੀਆਂ ਸੀਗੀਆਂ ਇਹਨਾਂ ਦੇ ਪ੍ਰਾਇਰ ਲੀਡਰਸ ਦੀਆਂ, ਉਹ ਉਹਦੇ ਕਰਕੇ ਡਿਸਫਰੈਂਚਾਈਜ਼ ਹੋਈ ਇਹਨਾਂ ਨਾਲੋਂ, ਅਤੇ ਇਹਨਾਂ ਤੋਂ ਟੁੱਟ ਕੇ ਉਹਨਾਂ ਨੇ ਵੱਖਰੀਆਂ ਪਾਰਟੀਜ਼ ਨੂੰ ਵੋਟਾਂ ਪਾਈਆਂ। ਨਾ ਨੈਸੈਸਰਲੀ ਵੀ ਉਹ ਪਾਰਟੀ ਦੇ ਖਿਲਾਫ ਹੋ ਗਏ, ਬਲਕਿ ਉਹ ਉਸ ਸਮੇਂ ਦੀ ਲੀਡਰਸ਼ਿਪ ਨੂੰ ਉਹਨਾਂ ਨੇ ਨਕਾਰਿਆ। ਦਿਸ ਇਜ਼ ਵਾਟ ਆਈ ਥਿੰਕ। ਇਹ ਮੈਂ ਕਿਉਂ ਕਹਿ ਰਿਹਾ, ਕਿਉਂਕਿ ਜਦੋਂ ਆਪਾਂ ਕਨਵੈਨਸ਼ਨ 'ਤੇ ਗਏ, ਉੱਥੇ ਫਿਗਰ ਸੁਣੇ ਜਾਂ ਵੇਖੇ ਜਾਂ ਵੈਨਿਊ ਵੇਖਿਆ ਜਾਂ ਉੱਥੇ ਦੀਆਂ ਰੌਣਕਾਂ ਵੇਖੀਆਂ, ਤਾਂ ਨੈਸੈਸਰਲੀ ਇਹ ਨਿਰਸਦੇ ਸਾਨੂੰ ਕਹਿਣਾ ਪਏਗਾ ਕਿ ਇਹ ਬਿਗੈਸਟ ਕਨਵੈਨਸ਼ਨ ਸੀਗੀ ਕਿਸੇ ਵੀ ਪਾਰਟੀ ਵੱਲੋਂ, ਪੋਲੀਟੀਕਲ ਪਾਰਟੀ ਵੱਲੋਂ। ਐਜ਼ ਮੈਟਰ ਫੈਕਟ ਬਾਨੀ ਕ੍ਰਾਮਬੀ ਜਿਹੜੀ ਕਿ ਸਾਡੀ ਇੱਥੇ ਮਿਸਿਸਾਗਾ ਦੇ ਵਾਰਡ ਨੰਬਰ 5 ਦੀ ਸਿਟੀ ਕਾਉਂਸਲਰ ਆ, ਪਹਿਲਾਂ ਮੈਂਬਰ ਪਾਰਲੀਮੈਂਟਸ ਹੁੰਦੀ ਸੀ ਮਿਸਿਸਾਗਾ ਤੋਂ, ਉਹ ਕੋ-ਚੇਅਰ ਸੀਗੀ ਇਸ ਕਨਵੈਨਸ਼ਨ ਦੀ, ਅਤੇ ਉਹਨੇ ਅਨਾਊਂਸ ਕੀਤਾ ਕਿ ਇਸ ਪਾਰਟੀ ਦੀ ਜਿਹੜੀ ਅੱਜ ਦੀ ਇਹ ਕਨਵੈਨਸ਼ਨ ਆ, ਅਗਰ ਦੂਸਰੀਆਂ ਦੋ ਪਾਰਟੀਆਂ ਮੀਨਸ ਕੰਜ਼ਰਵੇਟਿਵਸ ਐਂਡ NDPs ਉਹਨਾਂ ਦੀਆਂ ਕਨਵੈਨਸ਼ਨਾਂ ਨੂੰ ਇਕੱਠਿਆਂ ਵੀ ਕਰ ਲਿਆ ਜਾਵੇ ਫਿਰ ਵੀ ਉਹ ਤੋਂ ਵੱਡੀ ਆ। ਸੋ ਇਟ ਸੇਜ਼ ਅ ਲਾਟ ਕਿ ਜਿਹੜੇ ਲਿਬਰਲ ਦੇ ਮੈਂਬਰਸ ਨੇ ਉਹ ਕਿੰਨੇ ਖਫਾ ਹੋਏ ਆ ਪਿਛਲੇ ਰਿਜ਼ਲਟਸ ਤੋਂ, ਅਤੇ ਕਿੰਨੇ ਉਹ ਤੀਬਰ ਨੇ ਕਿ ਕੁਛ ਨਾ ਕੁਛ ਇਹਦੇ ਬਾਰੇ ਕੀਤਾ ਜਾਏ। ਜੋ ਅਸੀਂ ਦੇਖਿਆ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਖਚਾ ਖਚ ਲੋਕਾਂ ਦਾ ਰਸ਼ ਭਰਿਆ ਹੋਇਆ ਸੀ ਐਂਡ ਪੀਪਲ ਵਰ ਐਨਥੂਜ਼ੀਆਸਟਿਕ ਅਬਾਊਟ ਇਟ, ਕਿਉਂਕਿ ਡਿਫਰੈਂਟ ਥਾਵਾਂ 'ਤੇ ਡਿਫਰੈਂਟ ਇਵੈਂਟਸ ਹੋ ਰਹੇ ਸਨ। ਕਿਤੇ ਲਾਅ ਦੇ ਪੱਖੀ ਇੱਕ ਮੀਟਿੰਗ ਉਹਨਾਂ ਨੇ ਬੁਲਾਈ ਸੀ, ਦੂਜੇ ਪਾਸੇ ਪਾਲਿਸੀ ਮੈਟਰਸ ਦੇ ਉੱਤੇ ਗੱਲ ਹੋ ਰਹੀ ਸੀ, ਜਿਹੜਾ ਵੱਡਾ ਹਾਲ ਸੀ ਉਹਦੇ ਅੰਦਰ ਵੋਟਿੰਗ ਹੋ ਰਹੀ ਸੀ। ਸੋ ਬੇਸਿਕਲੀ ਇਟ ਵਾਜ਼ ਲੋਟਸ ਆਫ ਇਵੈਂਟਸ ਗੋਇੰਗ ਔਨ ਐਟ ਦ ਸੇਮ ਟਾਈਮ। ਬਟ ਹੈਵਿੰਗ ਸੈਡ ਦੈਟ, ਆਪਾਂ ਇਹ ਕਹਿ ਸਕਦੇ ਹਾਂ ਆਪਣੇ ਦੇਖਣ ਵਾਲਿਆਂ ਨੂੰ ਕਿ ਨਾਓ ਲਿਬਰਲ ਪਾਰਟੀ ਹੈਜ਼ ਲਰਨਡ ਫਰੋਮ ਇਟਸ ਮਿਸਟੇਕਸ ਐਂਡ ਇਜ਼ ਟਰਾਈਂਗ ਟੂ ਗੈਟ ਕਨੈਕਟਡ ਵਿਦ ਦੀ ਕਾਮਨ ਪੀਪਲ। ਵੈਲ, ਲਿਬਰਲ ਪਾਰਟੀ ਦੇ ਮੈਂਬਰਾਂ ਦਾ ਐਡੀ ਵੱਡੀ ਤਾਦਾਦ ਦੇ ਵਿੱਚ ਉੱਥੇ ਆਉਣਾ ਹੀ ਸਾਨੂੰ ਦੱਸਦਾ ਹੈ ਕਿ ਵੀ ਦੇ ਆਰ ਟਰਾਈਂਗ ਟੂ ਲਰਨ ਫਰੋਮ ਇਟ। ਬਈ ਜੋ ਲਿਬਰਲ ਪਾਰਟੀ ਦੇ ਅੰਦਰ ਇਨਫਾਈਟਿੰਗ ਸੀਗੀ, ਉਦੋਂ ਤੋਂ ਜਿਹੜੀ ਆਮ ਮੈਂਬਰਸ਼ਿਪ ਆ ਲਿਬਰਲ ਪਾਰਟੀ ਦੀ ਉਹ ਕਾਫੀ ਦੁਖੀ ਆ। ਦੈਟ ਉੱਥੇ 3240 ਡੈਲੀਗੇਟਸ ਦਾ ਪਹੁੰਚ ਜਾਣਾ, ਅਤੇ ਈਚ ਡੈਲੀਗੇਟ ਨੇ ਮੇਰੇ ਖਿਆਲ 'ਚ $675 ਫੀਸ ਦਿੱਤੀ ਉੱਥੇ ਆਉਣ ਦੀ। ਉਸ ਤੋਂ ਇਲਾਵਾ ਉਹਨਾਂ ਨੂੰ ਹੋਟਲ ਦੇ ਵਿੱਚ ਰਹਿਣਾ ਪਿਆ, ਉਹਨਾਂ ਦਾ ਖਾਣਾ ਖੂਣਾ, ਇਹ ਆਲਮੋਸਟ ਲਾ ਕੇ $1000, $1200, $1500 'ਚ ਇੱਕ ਮੈਂਬਰ ਪੈਂਦਾ, ਅਤੇ ਫਿਰ ਵੀ 3240 ਮੈਂਬਰ ਉੱਥੇ ਡੈਲੀਗੇਟ ਰਜਿਸਟਰਡ ਹੋਏ ਸੀਗੇ। ਇਸ ਤੋਂ ਇਲਾਵਾ ਅਬਜ਼ਰਵਰ ਵੀ ਬਹੁਤ ਸਾਰੇ ਸੀ, ਮੀਡੀਆ ਵੀ ਬਹੁਤ ਸੀ। ਕੀ ਉਹ ਸਿੱਖ ਕੇ ਉਹਦੇ ਉੱਤੇ ਹੁਣ ਅਮਲ ਕਰਨਗੇ? ਇਹਦੇ ਬਾਰੇ ਆਬਵੀਅਸਲੀ ਤੁਹਾਨੂੰ ਵੀ ਡਾਊਟਸ ਨੇ, ਮੈਨੂੰ ਵੀ ਡਾਊਟਸ ਨੇ, ਅਤੇ ਡਾਊਟਸ ਇਨ ਸੈਂਸ ਬਈ ਅਜੇ ਅਸੀਂ ਉੱਥੇ ਵੇਖ ਰਹੇ ਸੀ ਕਿ ਖੇਮੇ ਬਰਕਰਾਰ ਨੇ। ਪੰਜਾਬੀ ਦੇ ਵਿੱਚ ਜੇ ਲਫ਼ਜ਼ ਕਹਿਣਾ ਇਹ ਵਾਜਿਬ ਸਮਝਾਂ ਬਈ ਖੇਮੇ ਅਜੇ ਵੀ ਬਰਕਰਾਰ ਨੇ। ਸੋ ਇਹ ਜਿਹੜਾ ਡਿਸਟਰਬਿੰਗ ਐਲੀਮੈਂਟ ਆ ਇਸ ਕਨਵੈਨਸ਼ਨ ਦੇ ਵਿੱਚ ਲਿਬਰਲਸ ਦੇ ਲਈ ਮੈਨੂੰ ਲੱਗਦਾ ਕਿ ਹੈਗਾ।
बिल्कुल जो मैं ऑब्जर्व किया और तुसी सहमत हो या नहीं सहमत कि बेसिकली स्टिल एवरीबॉडी फ्रॉम द हेल्म ऑफ अफेयर्स इज नॉट एट द सेम पेज। ਇਹ ਲੱਗ ਰਿਹਾ ਇਸ ਤਰ੍ਹਾਂ ਹੀ ਲੱਗ ਰਿਹਾ ਤੁਸੀਂ ਸਹੀ ਇਹ ਅਬਜ਼ਰਵ ਕੀਤਾ ਐਜ਼ ਮੈਟਰ ਫੈਕਟ ਜਦੋਂ ਐਂਡ ਦੇ ਉੱਤੇ ਰਾਊਂਡ ਟੇਬਲ ਹੋਈ ਸੀਗੀ ਐਥਨਿਕ ਮੀਡੀਆ ਦੇ ਨਾਲ ਮੇਰਾ ਇਹ ਸਵਾਲ ਸੀਗਾ ਲਿਬਰਲ ਪਾਰਟੀ ਦੇ ਲੀਡਰ ਬਾਬਰੇ ਹੋਰਾਂ ਨੂੰ ਕਿ ਕੀ ਜਿਹੜਾ ਨਵਾਂ ਪ੍ਰੈਜ਼ੀਡੈਂਟ ਇਲੈਕਟ ਹੋਇਆ ਅੱਜ ਤੇ ਤੁਸੀਂ ਇਹਦੇ ਪਾਰਟੀ ਦੇ ਲੀਡਰ ਹੋ ਸੋ ਦੋਨੇ ਐਡਮਿਨਿਸਟ੍ਰੇਸ਼ਨ ਐਂਡ ਦੀ ਪੋਲੀਟੀਕਲ ਵਿੰਗ ਆਫ ਦ ਪਾਰਟੀ ਜੇ ਦੋਨੇ ਹੈਂਡ ਇਨ ਹੈਂਡ ਚੱਲਣਗੇ ਫੇਰ ਹੀ ਪਾਰਟੀ ਸਕਸੀਡ ਕਰ ਸਕਦੇ। ਮੇਰਾ ਸਵਾਲ ਸੀ ਡਾਇਰੈਕਟ ਵੀ ਆਰ ਯੂ ਔਨ ਦ ਸੇਮ ਪੇਜ ਕਿ ਤੁਸੀਂ ਦੋਨੇ ਇੱਕੋ ਡਾਇਰੈਕਸ਼ਨ ਦੇ ਵੱਲ ਚੱਲਣ ਦੇ ਲਈ ਸੋਰਟ ਆਫ ਸਟਾਰਟਿੰਗ ਲਾਈਨ 'ਤੇ ਖੜ੍ਹ ਗਏ ਹੋ ਅੱਜ ਤੇ ਉਹਨਾਂ ਦਾ ਜਵਾਬ ਤਾਂ ਇਹੀ ਸੀ ਕਿ ਯੈਸ ਅਸੀਂ ਵੀ ਆਰ ਔਨ ਸੇਮ ਪੇਜ ਪਰ ਐਟ ਦ ਸੇਮ ਟਾਈਮ ਉਸ ਐਥਨਿਕ ਕਨਵੈਨਸ਼ਨ ਐਥਨਿਕ ਰਾਊਂਡ ਟੇਬਲ ਦੇ ਵਿੱਚ ਪ੍ਰੈਜ਼ੀਡੈਂਟ ਨੇ ਵੀ ਆਉਣਾ ਸੀਗਾ ਇਨਵਾਈਟ ਤੇ ਇਹੀ ਕਹਿੰਦਾ ਸੀ ਉਹ ਨਹੀਂ ਆਇਆ ਤੇ ਉਹਦਾ ਕਾਰਨ ਵੀ ਨਹੀਂ ਦੱਸਿਆ ਗਿਆ ਸੋ ਉੱਥੇ ਤੁਸੀਂ ਯੂ ਕੈਨ ਸਮੈਲ ਲਿਟਲ ਬਿਟ ਆਫ ਬਲੈਡ ਬਈ ਉੱਥੇ ਕੋਈ ਨਾ ਕੋਈ ਸਮੱਸਿਆ ਜ਼ਰੂਰ ਹੈਗੀ ਆ ਸ਼ਾਇਦ ਪੇਜ ਹੈ ਜੇ ਸੱਜੇ ਖੱਬੇ ਦਾ ਜਾਂ ਪੇਜ ਬੈਕ ਐਂਡ ਫੋਰਥ ਦਾ ਥੋੜ੍ਹਾ ਜਿਹਾ ਫਰਕ ਜ਼ਰੂਰ ਲੱਗਦਾ ਹੈ ਅਤੇ ਹੋਪ ਵੀ ਉਹ ਇਹੋ ਜਿਹੀ ਜਿਹੜੀ ਪੋਲੀਟੀਕਲ ਰੈਂਗਲਿੰਗ ਹੁੰਦੀ ਆ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੂਰ ਕਰ ਸਕਣਗੇ ਪਰ ਯੈਸ ਦੇਅਰ ਵਾਜ਼ ਅ ਪ੍ਰੋਬਲਮ। ਬੇਸਿਕ ਗੱਲ ਜਿਹੜੀ ਇਸ ਕਨਵੈਨਸ਼ਨ ਦੀ ਵਾਰਿਸ ਸਾਹਿਬ ਸੀ ਕਿ ਇਸ ਕਨਵੈਨਸ਼ਨ ਦੇ ਵਿੱਚ ਦੋ ਮੁੱਖ ਏਜੰਡੇ ਮੈਨੂੰ ਜਿਹੜੇ ਘੱਟੋ ਘੱਟ ਮੈਨੂੰ ਜਿਨ੍ਹਾਂ ਨੇ ਪ੍ਰਭਾਵਿਤ ਕੀਤਾ ਇੱਕ ਤਾਂ ਆਬਵੀਅਸਲੀ ਪ੍ਰੈਜ਼ੀਡੈਂਟ ਦੀ ਚੋਣ ਸੀਗੀ ਐਡਮਿਨਿਸਟ੍ਰੇਸ਼ਨ ਦੀ ਚੋਣ ਸੀਗੀ ਉਹਦੇ ਵਿੱਚ ਸ਼ੀਲਾ ਕਾਪਸ ਤੇ ਮਾਈਕ ਕ੍ਰਾਲੀ ਦੀ ਕਾਂਟੇ ਦੀ ਟੱਕਰ ਸੀ 3-4 ਹੋਰ ਵੀ ਉਮੀਦਵਾਰ ਸੀ ਪਰ ਉਹਨਾਂ ਉਮੀਦਵਾਰਾਂ ਦਾ ਤਾਂ ਕੋਈ ਨਾਮ ਨਹੀਂ ਸੀ ਇਟ ਡਿਡਨਟ ਮੈਟਰ ਅ ਲਾਟ ਪਰ ਇਹ ਦੋ ਜਿਹੜੇ ਫਰੰਟ ਰਨਰ ਸੀਗੇ ਇਹਦੇ ਵਿੱਚੋਂ ਮਾਈਕ ਕ੍ਰਾਲੀ ਨੇ ਜਿੱਤ ਕੀਤੀ ਆ ਸ਼ੀਲਾ ਕਾਪਸ ਥੋੜ੍ਹੀਆਂ ਜਿਹੀਆਂ ਵੋਟਾਂ 'ਤੇ ਕਿੰਨੀਆਂ ਵੋਟਾਂ ਉਹ ਵੀ ਅਫੀਸ਼ੀਅਲ ਹਾਲ ਤੱਕ ਆਈ ਡੋਨਟ ਨੋ ਵਾਈ ਕਿ ਉਹ ਹਾਲ ਤੱਕ ਦੱਸੀਆਂ ਨਹੀਂ ਗਈਆਂ। ਜਦੋਂ ਸਵੇਰੇ ਆਪਾਂ ਬ੍ਰੈਕਫਾਸਟ 'ਤੇ ਮਿਲੇ ਸ਼ਨੀਚਰਵਾਰ ਨੂੰ ਸਵੇਰੇ ਮਾਰਨਿੰਗ ਬ੍ਰੈਕਫਾਸਟ ਜਿਹੜੀ ਆਪਣੀ ਕਮਿਊਨਿਟੀ ਦੀ ਬ੍ਰੈਕਫਾਸਟ ਸੀਗੀ ਜਿਹੜੀ ਸ਼ੀਲਾ ਕਾਪਸ ਦੇ ਨਾਲ ਸੀ ਉੱਥੇ ਅਸੀਂ ਵੇਖ ਰਹੇ ਸੀ ਕਿ ਸ਼ੀਲਾ ਵਾਜ਼ ਐਕਚੁਅਲੀ ਐਕਟਿੰਗ ਲਾਈਕ ਅ ਵਿਨਰ। ਉਹ ਦੱਸ ਰਹੀ ਸੀ ਕਿ ਵੀ ਮੈਂ ਜਿੱਤ ਜਾਂਦੀ ਹਾਂ ਮੰਡੇ ਮਾਰਨਿੰਗ ਤੋਂ ਮੇਰਾ ਜਿਹੜਾ ਪਹਿਲਾ ਏਜੰਡਾ ਹੋਏਗਾ ਵੀ ਸਾਰੇ ਕੈਨੇਡਾ ਦੀਆਂ ਜਿਹੜੀਆਂ 308 ਰਾਈਡਿੰਗਸ ਨੇ ਜਿਹੜੀਆਂ ਹੁਣ ਬਾਅਦ ਦੇ ਵਿੱਚ ਵੱਧ ਵੀ ਜਾਣੀਆਂ ਨੇ ਸਾਰਿਆਂ ਦੇ ਮੈਂ ਐਸੋਸੀਏਸ਼ਨ ਪ੍ਰੈਜ਼ੀਡੈਂਟਸ ਨੂੰ ਕੰਟੈਕਟ ਕਰੂੰਗੀ ਉਹਨਾਂ ਨੂੰ ਆਪਣੀਆਂ ਹਦਾਇਤਾਂ ਦੇਵਾਂਗੀ। ਸੋ ਉੱਥੋਂ ਲੱਗ ਰਿਹਾ ਸੀ ਕਿ ਕਾਫੀ ਸਾਰੀ ਜਿਹੜੀ ਐਸਟੈਬਲਿਸ਼ਮੈਂਟ ਆ ਉਹ ਲਿਬਰਲ ਦੀ ਆ ਜਿਹੜੀ ਉਹ ਸ਼ੀਲਾ ਕਾਪਸ ਦੇ ਨਾਲ ਆ ਪਰ ਫਿਰ ਵੀ ਕਿਉਂਕਿ ਓਨਟਾਰੀਓ ਦੇ ਵਿੱਚ ਮਾਈਕ ਕ੍ਰਾਲੀ ਕਾਫੀ ਨਾਮਣਾ ਖੱਟ ਚੁੱਕਾ ਸੀ ਸੋ ਓਨਟਾਰੀਓ ਨੇ ਉੱਥੇ ਆਪਣਾ ਕਰਿਸ਼ਮਾ ਦਿਖਾਇਆ ਜਾ ਕੇ 100% ਦਿਖਾਇਆ। ਹਾਂ ਸੋ ਇਸ ਚੀਜ਼ ਨਾਲ ਪਾਰਟੀ ਪੋਲੀਟਿਕਸ ਨੂੰ ਲੈ ਕੇ ਅਸੀਂ ਅੱਗੇ ਚੱਲਦੇ ਹੋਏ ਇਹ ਦੇਖ ਸਕਦੇ ਹਾਂ ਕਿ ਸਾਡੇ ਮੀਡੀਆ ਦੇ ਨਾਲ ਜਿਹਨੂੰ ਕਿ ਅਸੀਂ ਐਥਨਿਕ ਮੀਡੀਆ ਕਹਿੰਦੇ ਹਾਂ ਇਨ ਜਨਰਲ ਬਟ ਇਨ ਪਰਟੀਕੂਲਰ ਮੈਂ ਤਾਂ ਉਹਨੂੰ ਦੇਸੀ ਮੀਡੀਆ ਕਹਾਂਗਾ ਜਿਹੜਾ ਮੇਰੇ ਨਾਲ ਜਿੰਨਾ ਇਲੈਕਸ ਲੈ ਕੇ ਸਾਡਾ ਉਹਨਾਂ ਦੇ ਨਾਲ ਰਿਸ਼ਤਾ ਬਣਨ ਜਾ ਰਿਹਾ ਆਰ ਵੀ ਔਨ ਦ ਸੇਮ ਪੇਜ ਵਿਦ ਦੈਮ। ਔਰ ਪਹਿਲੀ ਤਾਂ ਗੱਲ ਆ ਵੀ ਮੈਂ ਦੇਸੀ ਮੀਡੀਆ ਨਹੀਂ ਕਹਿੰਦਾ ਮੈਂ ਤਾਂ ਇਹਨੂੰ ਨਿਊ ਮੇਨ ਸਟ੍ਰੀਮ ਮੀਡੀਆ ਆਖੂੰਗਾ ਕਿਉਂਕਿ ਸਾਡਾ ਜਿਹੜਾ ਮੀਡੀਆ ਜਿਸ ਦੇ ਵਿੱਚ ਆਪਾਂ ਹੁਣ ਵੀ ਗੱਲ ਕਰ ਰਹੇ ਹਾਂ ਸੁਰਸਾਗਰ ਹੋਇਆ ਜਾਂ ਫਿਰ ਹੋਰ ਮੀਡੀਅਮ ਹੋਏ ਅਖਬਾਰ ਚੱਲਦੇ ਆ ਡੇਲੀ ਅਖਬਾਰ ਨੇ ਮੈਨੀ ਡੇਲੀ ਰੇਡੀਓ ਸ਼ੋਜ਼ ਨੇ ਜਿਹੜੇ ਸਾਡੇ ਲੋਕਾਂ ਨੂੰ ਕਨੈਕਟ ਰੱਖਦੇ ਨੇ ਆਇਆ ਉਹ ਇੱਥੋਂ ਦੀ ਪੋਲੀਟਿਕਸ ਹੋਏ ਜਾਂ ਬੈਕ ਹੋਮ ਦੀ ਪੋਲੀਟਿਕਸ ਹੋਏ ਸੋ ਅਸੀਂ ਲੋਕਾਂ ਨੂੰ ਪ੍ਰਭਾਵਿਤ ਵੀ ਕਰਦੇ ਹਾਂ ਲੋਕਾਂ ਦੀਆਂ ਓਪੀਨੀਅਨਸ ਵੀ ਆ ਜਿਹੜੀਆਂ ਉਹ ਇਹਨਾਂ ਪ੍ਰੋਗਰਾਮਸ ਦੇ ਬੇਸ ਦੇ ਉੱਤੇ ਡਿਵੈਲਪ ਹੁੰਦੀਆਂ ਨੇ ਜੇ ਨਹੀਂ ਹੁੰਦੀਆਂ ਤਾਂ ਹੋਣੀਆਂ ਚਾਹੀਦੀਆਂ ਕਿਉਂਕਿ ਜਿਹੜੀ ਕੌਮ ਆਪਣੇ ਮੀਡੀਆ ਨੂੰ ਆਪ ਨਹੀਂ ਰੈਕਗਨਾਈਜ਼ ਕਰੂਗੀ ਤਾਂ ਹੁਣ ਬਾਹਰਲਿਆਂ ਨੇ ਤਾਂ ਫਿਰ ਰੈਕਗਨਾਈਜ਼ ਨਹੀਂ ਨਾ ਕਰਨਾ ਬਾਹਰਲੇ ਆਲਰੇਡੀ ਰੈਕਗਨਾਈਜ਼ ਕਰ ਚੁੱਕੇ ਆ ਕਿਉਂਕਿ ਜਦੋਂ ਲੀਡਰਸ਼ਿਪ ਜਦੋਂ ਪ੍ਰੈਜ਼ੀਡੈਂਟ ਦੀ ਚੋਣ ਹੋਈ ਲਿਬਰਲ ਦੀ ਉਸ ਤੋਂ ਬਾਅਦ ਜਿਹੜਾ ਪਹਿਲਾ ਆਰਡਰ ਆਫ ਬਿਜ਼ਨਸ ਸੀ ਉਹਨਾਂ ਦਾ ਉਹ ਐਥਨਿਕ ਮੀਡੀਆ ਦੇ ਨਾਲ ਰਾਊਂਡ ਟੇਬਲ ਸੀ ਆਈ ਥਿੰਕ ਦੈਟ ਵਾਜ਼ ਵੈਰੀ ਇੰਪੋਰਟੈਂਟ ਜਦੋਂ ਕਿ ਦੂਸਰੇ ਮੀਡੀਆ ਵਾਲਿਆਂ ਨੂੰ ਉਹਨਾਂ ਨੇ ਗੱਲ ਕਰਨ ਦੀ ਬਜਾਏ ਇਸ ਮੀਡੀਆ ਨੂੰ ਗੱਲ ਕੀਤੀ ਭਾਵੇਂ ਕਿ ਇਹਦਾ ਕਾਰਨ ਉਹਨਾਂ ਦਾ ਰਿਲੇਸ਼ਨਸ ਨੂੰ ਸਟਰੋਂਗਰ ਕਰਨਾ ਹੀ ਸੀ ਦੂਸਰਾ ਮੀਡੀਆ ਦਾ ਕਈ ਵਾਰ ਉਹਨਾਂ ਦੀ ਛਿੱਲ ਵੀ ਲਾ ਦਿੰਦਾ ਸਾਡਾ ਮੀਡੀਆ ਜਿਹੜਾ ਹੈ ਫਿਰ ਵੀ ਕਿਉਂਕਿ ਅਸੀਂ ਕਮਿਊਨਿਟੀ ਮੀਡੀਆ ਅਸੀਂ ਕਮਿਊਨਿਟੀ ਦੇ ਜਿਹੜੇ ਸੰਬੰਧ ਨੇ ਰਿਸ਼ਤੇ ਨੇ ਇਹਨਾਂ ਪੋਲੀਟੀਕਲ ਪਾਰਟੀਜ਼ ਦੇ ਨਾਲ ਉਹਨਾਂ ਨੂੰ ਕਾਇਮ ਕਰਨੇ ਉਹਨਾਂ ਨੂੰ ਮਜ਼ਬੂਤ ਕਰਨ ਦੇ ਲਈ ਵੀ ਸਾਡਾ ਰੋਲ ਇਹਦੇ ਵਿੱਚ ਹੁੰਦਾ ਇਸ ਕਰਕੇ ਆਈ ਥਿੰਕ ਵੀ ਆਬਵੀਅਸਲੀ ਇੱਕ ਗੱਲ ਤਾਂ ਤੁਹਾਨੂੰ ਤਾਂ ਡਿਸਟਰਬ ਕੀਤੀ ਸੀ ਉੱਥੇ ਤੁਸੀਂ ਇਹ ਜ਼ਿਕਰ ਵੀ ਕੀਤਾ ਸੀ ਮੈਨੂੰ ਵੀ ਕੀਤੀ ਕਿ ਮਾਈਕ ਕ੍ਰਾਲੀ ਜਿਹੜੇ ਪ੍ਰੈਜ਼ੀਡੈਂਟ ਨੇ ਉਹਨੇ ਕਦੇ ਵੀ ਸਾਡੇ ਐਥਨਿਕ ਮੀਡੀਆ ਦੇ ਨਾਲ ਜਾਂ ਬਾਬਰੇ ਨੂੰ ਸਿੱਧਾ ਕੁਐਸਚਨ ਪੁੱਛਿਆ ਪਰ ਜਦੋਂ ਕਿ ਬਾਬਰੇ ਦੇ ਆਫਿਸ ਦੇ ਵਿੱਚੋਂ ਲਗਾਤਾਰ ਸਾਡੇ ਮੀਡੀਆ ਨੂੰ ਇਨਫੋਰਮੇਸ਼ਨ ਪਹੁੰਚਦੀ ਆ ਰਹੀ ਹੈ ਸੋ ਮੈਂ ਸਮਝਦਾ ਹਾਂ ਕਿ ਯੂ ਨੋ ਦੇਅਰ ਇਜ਼ ਅ ਲਿਟਲ ਗਲਿਚਸ ਹੈਗੇ ਆ ਸਾਡੇ ਉਹਨਾਂ ਦੇ ਨਾਲ ਸੰਬੰਧ ਦੇ ਵਿੱਚ ਪਰ ਓਵਰਆਲ ਜਿਹੜੀ ਕਨਵੈਨਸ਼ਨ ਸੀ ਇਹਦੇ ਵਿੱਚ ਮੈਨੂੰ ਇਸ ਤਰ੍ਹਾਂ ਦਾ ਕੋਈ ਮਹਿਸੂਸ ਨਹੀਂ ਹੋਇਆ
कि साडे भाईचारे दा भावें कि प्रैक्टिकली साडे भाईचारे की गिनती बहुत थोड़ी सी उत्थे पता नहीं क्यों नहीं साडे लोग इन्हां कन्वेंशनस दे विच जाना नूं जरूरी समझदे पर कि बहुत ज़रूरी है उत्थे जाना क्योंकि तुसीं उत्थे जांदे हो वो पार्टी आ जिहड़ी पोटैंशियली अगली गवर्नमेंट बनाउण दी सोच रही आ पहलां बड़ी लंबी गवर्नमेंट उन्हां दी बनी आई जे अगली नहीं बनू उदू अगली तो बनूगी ये तो मीन ये तो कोई दो रावां नहीं हैगियां ये तो नहीं है कि ये नाकड आउट होए गया जिस तरह बाबरे ने कहा सी नॉकडाउन होया दिल वेकअप पर यस साडा उत्थे चंगा रोल सी ते असीं समझदे हाँ कि इस कन्वेंशन ने सानू दो तीन चीज़ां बड़ियां वधिया दित्तियां एक तो आप रेजोल्यूशनस की गल जे एक मिनट लिए कर लीए कि किड्डा ये बेस्ट रेजोल्यूशन आ भावें कि दे लर्न फ्रॉम देयर मिसटेक्स जिस तरह कहते हैं कि हुण उन्होंने अपने दरवाजे खोल दिते हैं दरवाजे खोल दिते इन सेंस कि यस जदों लिबरल पार्टी की मैंबरशिप की साइन अप की लोड़ पैनी है जदों लीडर की चोण होनी है उदों तुहानूं मैंबर बनने की लोड़ नहीं तुसी सिंपली ये प्लेज करो कि मैं सपोर्ट करनी चाहुंदा लिबरल की मैं सपोर्टर हाँ इहदियां मैं पॉलिसियां का सहयोगी हाँ फॉर ਉਹਦੀ कोई एक्सपायरी डेट भी है नहीं कि भी किन्ना चिर तुसीं सहयोगी होवो उन्ना चिर ही होवो जिन्ना चिर वोट पाउणी है तुसीं तां तुसीं जिहड़ी लीडर की चोण होनी है 1 साल के बाद ਉਹਦੇ ਵਿੱਚ वोट पा सकोगे आई थिंक दैट इज़ वेरी ऑल एक्सक्लूसिव पॉलिसी ओपननेस ऑफ द पार्टी दूसरिया पार्टियां ने पहले ही इदा किया सी लिबरल पार्टी बड़ी पहला रिजर्व जी रही सी इन्होंने इशूज़ के उत्ते नॉमिनेशन से ज़्यादा बिलीव करते सन हाँ नॉमिनेशन तो खैर हले भी होणगियां पर मैं समझदा हाँ कि लिबरल पार्टी ने अपनी मैंबरशिप नूं बड़ा अपने हिक दे नाल जिवें कहंदे कीप योर कार्ड्स इन योर चैस्ट पर कनेडियंस तो भी उन्होंने अपनी मैंबरशिप फॉर्म्स नूं लुको के रखा है सी हुण उन्होंने दरवाजे खोले आई थिंक दैट विल पे ऑफ लिबरल्स तो दूसरा उन्होंने एक दो होर जिहड़े फैसले किए मैनूं नहीं पता भी उन्होंने फैसलों का की आधार होएगा ਜਾਂ सिर्फ 1 साल ही होणगे क्योंकि दूसरी कन्वेंशन उदों भी उत्थे दुबारा वो मुड़ विचारे जाने तो हो सकदी दे वो भी जे पोलीटिकली ना पॉपुलर होए तो वो मेन स्ट्रीम ਦੇ ਵਿੱਚ ਜੋ ਉਹਨਾਂ ਦਾ ਫੈਸਲਾ ਬਹੁਤ ਮੈਟਰ ਕਰਦਾ ਹੈ ਆਪਣੇ ਲੋਕਾਂ ਨੂੰ ਛੱਡ ਕੇ use of marijuana right that they have said that they would go ahead with it यस पर उस तो अगे उन्होंने ये नहीं दसिया भी वो किस तरह करनगे ऑबवियसली दैट विल बी जो उन्होंने गवर्नमेंट बनूगी उदों उत्ते कोई लैजिस्लेशन तैयार करनगे फिर ही वो पता लगे वो कहते हैं कि जिस तरह शराब एक नशा ਵੱਧ शराब पी लो तो घातक होंदी but it's regulated so सिगरटां रेगूलेटेड होईयां होईयां ते marijuana regulated I don't know if that is if the society is going into right direction पर सर्टनली मैनू जिथे तक पोलीटिकली ये लग रहा कि जेडे यंग लोग ने जिन्होंने अट्रैक्ट करना चाहते हैं उन्होंने शायद ये फैसला बड़ा माड़ा भी ना लगे हाँ जी बिल्कुल सो बेसिकली साडा थीम तो यही है डिस्कशन का या ऑब्जर्व जो किया है कि दे आर ट्राइंग देयर बेस्ट टू कनैक्ट बट the internal politics has to be looked into seriously obviously ਉਹ ਜਿਹੜੇ ਹੁਣ ਨਵੀਂ ਐਡਮਿਨਿਸਟ੍ਰੇਸ਼ਨ ਬਣੀ ਆ ਉਹਦੇ ਵਿੱਚ ਇੱਕ ਨੌਜਵਾਨ ਜਿਹੜਾ ਮੁਸਲਮਾਨ ਭਾਈਚਾਰੇ ਵੱਲੋਂ ਵੀ ਆ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣਿਆ ਫ੍ਰੈਂਚ ਦਾ ਸੋ ਮੈਨੂੰ ਲੱਗਦਾ ਹੈ ਕਿ ਬੜੇ ਸਿਆਣੇ ਜੇ ਲੋਕਾਂ ਦਾ ਇੱਕ ਗਰੁੱਪ ਬਣਿਆ ਜਿਹੜਾ ਐਡਮਿਨਿਸਟ੍ਰੇਟ ਕਰੂਗਾ ਪ੍ਰੈਜ਼ੀਡੈਂਟ ਇਲੈਕਟ ਮਾਈਕ ਖਰਾਲੀ ਨੇ ਵੀ ਕਹਿ ਦਿੱਤਾ ਕਿ ਤੁਸੀਂ ਮੈਨੂੰ ਬਾਹਲਾ ਕੈਮਰਿਆਂ ਤੇ ਨਹੀਂ ਵੇਖੋਗੇ ਟੀਵੀ ਸਕਰੀਨਾਂ ਤੇ ਨਹੀਂ ਵੇਖੋਗੇ ਕਿਉਂਕਿ ਮੇਰਾ ਜਿਹੜਾ ਰੋਲ ਆ ਉਹ ਪਾਰਟੀ ਨੂੰ ਐਡਮਿਨਿਸਟ੍ਰੇਟਰ ਕਰਨਾ ਸੋ ਐਜ ਐਡਮਿਨਿਸਟ੍ਰੇਟਰ ਜੇ ਉਹ ਵਧੀਆ ਰੋਲ ਅਦਾ ਕਰਦੇ ਆ ਤਾਂ ਮੈਂ ਸਮਝਦਾ ਕਿ ਪਾਰਟੀ ਨੂੰ ਉਹ ਸਹੀ ਫੁਟੇਜ ਤੇ ਪਾ ਸਕਣਗੇ ਪਰ ਓਵਰਆਲ ਆਪਾਂ ਦੇਖ ਲਈਏ ਕਿ ਜਦੋਂ ਕਨਵੈਨਸ਼ਨ ਹੁੰਦੀ ਆ ਉਹ ਘਰ ਜਿਹਦੇ ਘਰੇ ਵਿਆਹ ਹੁੰਦਾ ਉਹਨੂੰ ਤਾਂ ਫਿਰ ਸਾਰਾ ਕੁਛ ਉਹਨਾਂ ਦਾ ਚੰਗਾ ਚੰਗਾ ਲੱਗ ਰਿਹਾ ਹੁੰਦਾ ਪਰ ਉਸ ਤੋਂ ਬਾਅਦ ਜਦੋਂ ਸਮਾਨ ਸਾਂਭ ਕੇ ਦੇਖਣਾ ਹੁੰਦਾ ਵੀ ਕੀ ਹੋਇਆ ਕੀ ਨਹੀਂ ਹੋਇਆ ਸੋ ਫਿਊ ਮੰਥਸ ਡਾਊਨ ਦਾ ਰੋਡ ਅਸੀਂ ਸਾਨੂੰ ਉਹਨਾਂ ਦੀ ਜਿਹੜੀ ਕਨਵੈਨਸ਼ਨ ਦੀ ਜਿਹੜੀ ਰੀਅਲ ਪੋਜੀਸ਼ਨ ਆ ਜਾਂ ਰੀਅਲ ਤਸਵੀਰ ਉਹ ਫਿਰ ਸਾਡੇ ਸਾਹਮਣੇ ਆਊਗੀ ਨੰਬਰ ਵਾਈਜ਼ ਤੇ ਕਨਵੈਨਸ਼ਨ ਵਾਸ ਅ ਸਕਸੈਸ ਪੈਸਾ ਜਿਹੜਾ ਰੇਜ਼ ਕੀਤਾ ਬੌਬ ਰੇ ਦੀ ਇੰਟਰਮ ਲੀਡਰਸ਼ਿਪ ਦੇ ਵਿੱਚ ਉਹ ਰੈਕਡ ਮਨੀ ਹੈ ਜਿਹੜਾ ਰੇਜ਼ ਕੀਤਾ ਲਿਬਰਲ ਪਾਰਟੀ ਨੇ ਨੰਬਰ ਵਾਈਜ਼ ਤਾਂ ਕਨਵੈਨਸ਼ਨ ਇਜ਼ ਸਕਸੈਸ ਬਟ ਕੁਛ ਇਹਨਾਂ ਦੇ ਆਪਸ 'ਚ ਡਿਫਰੈਂਸਿਸ ਵੀ ਖੁੱਲ੍ਹ ਕੇ ਸਾਹਮਣੇ ਆ ਰਹੇ ਵੈਲ ਆਫ ਕੋਰਸ ਜਿਹੜੀ ਇਸ ਕਨਵੈਨਸ਼ਨ ਦੇ ਉੱਤੇ ਇੱਕ ਇਸ਼ੂ ਸੀਗਾ ਜਿਹੜਾ ਉਹ ਹਰ ਇੱਕ ਦੇ ਮਨ ਉੱਤੇ ਭਾਰ ਪਾ ਰਿਹਾ ਸੀ ਉਹ ਸੀ ਅਗਲੀ ਲੀਡਰ ਕਿਹੜਾ ਬਣੇਗਾ ਬਾਬਰੇ ਦੀਆਂ ਸਪੀਚਸ ਜਿਹੜੀਆਂ ਤਿੰਨੇ ਸਪੀਚਸ ਬਾਬਰੇ ਦੀਆਂ ਜੇ ਉਹਨਾਂ ਦੇ ਕੰਟੈਕਸਟ ਦੇ ਵਿੱਚ ਵੇਖਿਆ ਜਾਏ ਬਾਬਰੇ ਵਾਸ ਸਪੀਕਿੰਗ ਲਾਈਕ ਲੀਡਰ ਆਲਰੇਡੀ ਹੀ ਵਾਸ ਨਾਟ ਕੀਪਿੰਗ ਆਪਣੀ ਜਿਹੜੀ ਸਪੀਚ ਨੂੰ ਉਹ ਇਸ ਕਨਵੈਨਸ਼ਨ ਜਾਂ ਕਨਵੈਨਸ਼ਨ ਦੀ ਸਫਲਤਾ ਤੱਕ ਸੀਮਤ ਨਹੀਂ ਸੀ ਰੱਖ ਰਹੇ
ਬਲਕਿ ਉਹ ਡਾਇਰੈਕਟ ਸਟੀਫਨ ਹਾਰਪਰ ਨੂੰ ਸੰਬੋਧਨ ਕਰ ਰਹੇ ਸੀ, ਡਾਇਰੈਕਟ ਕੈਨੇਡੀਅਨਸ ਨੂੰ ਸੰਬੋਧਨ ਕਰ ਰਹੇ ਸੀ ਅਤੇ ਉਹਨਾਂ ਦੀ ਟੋਨ ਸੀ ਜਿਹੜੀ ਬੜੀ ਅਗਰੈਸਿਵ ਸੀ, ਜਿਹੜੀ ਕਿ ਕੁਝ ਲਿਬਰਲਸ ਦੇ ਲਈ ਬੜੀ ਚਿੰਤਾ ਵਾਲੀ ਗੱਲ ਸੀ। ਕਈਆਂ ਦੇ ਆਈਬਰੋ ਵੀ ਰੇਜ਼ ਹੋਏ, ਕਈਆਂ ਨੇ ਫਿਰ ਆ ਕੇ ਨਾਂ ਵੀ ਲੈ ਦਿੱਤਾ ਕਿ ਅਸੀਂ ਵੀ ਕੰਸੀਡਰ ਕਰ ਰਹੇ ਹਾਂ। ਘੱਟੋ ਘੱਟ 4-5 ਨਾਂ ਤਾਂ ਸਾਹਮਣੇ ਆ ਚੁੱਕੇ ਨੇ। ਮਾਰਕ ਗਾਰਨੀਅਰ ਦਾ ਆ ਚੁੱਕਿਆ, ਡੇਵਿਡ ਮਗਿੰਟੀ ਦਾ ਆ ਚੁੱਕਿਆ, ਡੋਮਿਨਿਕ ਲਬਲਾਂਕ ਦਾ ਆ ਚੁੱਕਿਆ, ਮਾਈਕ ਖੋਸ਼ਾਨ ਦਾ ਆ ਚੁੱਕਿਆ। ਇਹ ਕੁਝ ਕੁ ਨਾਂ ਨੇ ਜਿਹੜੇ ਆਲਰੇਡੀ ਸਾਹਮਣੇ ਆ ਗਏ ਨੇ, ਜਿਨ੍ਹਾਂ ਨੇ ਉੱਥੇ ਕਨਵੈਨਸ਼ਨ ਦੀ ਫਲੋਰ 'ਤੇ ਹੀ ਕਹਿਤਾ ਵੀ ਆਰ ਕੰਸੀਡਰਿੰਗ ਟੂ ਰਨ ਫॉर ਲੀਡਰਸ਼ਿਪ। So this convention exactly was the ground foundation of our next leadership convention ਜਿਹੜੀ ਕਿ ਸਾਲ ਦੇ ਵਿੱਚ ਹੋਣੀ ਹੈ। ਸੋ ਪੋਲੀਟੀਕਲ ਸਰਗਰਮੀਆਂ ਬਹੁਤ ਆ ਰਹੀਆਂ ਵਾਰਿਸ ਸਾਹਿਬ। ਅਗਲੇ 2 ਹਫ਼ਤਿਆਂ ਨੂੰ ਅੰਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਪਾਲਿਸੀ ਕਨਵੈਨਸ਼ਨ ਆ ਰਹੀ ਆ, ਉੱਥੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਚੁਣੀ ਜਾਣੀ ਹੈ। ਸਾਡਾ ਭਾਈਚਾਰਾ ਉੱਥੇ ਬੜਾ ਇਸ ਵਕਤ ਗਹਿਮਾ ਗਹਿਮੀ ਦੇ ਨਾਲ ਉਹਦੇ ਵਿੱਚ ਸ਼ਾਮਲ ਹੋਇਆ। ਆਪਣੇ ਪੈਮ ਹੁੰਦਲ ਜੀ ਵਾਈਸ ਪ੍ਰੈਜ਼ੀਡੈਂਟ ਲਈ ਕੈਂਡੀਡੇਟ ਨੇ, ਜੈਕ ਬਡਵਾਲ ਹੋਰੀ ਰੀਜਨਲ ਵਾਈਸ ਪ੍ਰੈਜ਼ੀਡੈਂਟ ਲਈ ਕੈਂਡੀਡੇਟ ਨੇ, ਗੁਰਦੇਵ ਗਿੱਲ ਹੋਰੀ ਰੀਜਨਲ ਵਾਈਸ ਪ੍ਰੈਜ਼ੀਡੈਂਟ ਲਈ ਕੈਂਡੀਡੇਟ ਨੇ, ਹੋਰ ਵੀ ਬਹੁਤ ਸਾਰੇ ਲੋਕ ਇਹ ਨਿਆਗਰਾ ਫਾਲਸ ਹੋ ਰਹੀ ਆ। ਥਿੰਗਸ ਵਿਲ ਬੀ ਵੈਰੀ ਇੰਟਰਸਟਿੰਗ। ਉਸ ਤੋਂ ਬਾਅਦ ਫਿਰ NDP ਦੀ ਮਾਰਚ ਦੀ 24 ਮਾਰਚ ਨੂੰ ਆ, ਉਹ ਟੋਰਾਂਟੋ ਦੇ ਵਿੱਚ ਆ। ਉਹ ਤਾਂ ਮੈਂ ਸਮਝਦਾ ਕਿ ਸਾਡੇ ਭਾਈਚਾਰੇ ਨੂੰ ਤਾਂ ਚਾਅ ਹੀ ਚੜ੍ਹਿਆ ਹੋਣਾ, ਕਿਉਂਕਿ ਸਾਡਾ ਇੱਕ ਮਾਰਟਨ ਸਿੰਘ ਉਹਦੇ ਵਿੱਚ ਫੈਡਰਲ ਲੀਡਰਸ਼ਿਪ ਦਾ ਲਈ ਕੈਂਡੀਡੇਟ ਆ। ਬੜੇ ਮਾਣ ਵਾਲੀ ਗੱਲ ਆ। ਸੋ ਲੈਟਸ ਸੀ ਵਾਟ ਹੈਪਨਸ, ਐਂਡ ਆਈ ਥਿੰਕ ਪੰਜਾਬੀ ਪ੍ਰੈਸ ਕਲੱਬ ਜਿਹੜੀ ਆ ਉਹ ਅਪ ਟੂ ਦ ਟਾਸਕ ਆ ਇਹਨਾਂ ਕਨਵੈਨਸ਼ਨਸ ਨੂੰ ਕਵਰ ਕਰਨ ਲਈ, ਇਹਦੀ ਪੂਰੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਨ ਲਈ। ਦਿਸ ਇਜ਼ ਵਾਟ ਇਟ ਟੇਕਸ, ਕਿਉਂਕਿ ਜਦੋਂ ਤੁਸੀਂ ਆਰਗੇਨਾਈਜੇਸ਼ਨ ਦੇ ਵਿੱਚ ਹੁੰਦੇ ਹੋ, ਇਟ ਮੇਕਸ ਲਾਟ ਈਜ਼ੀਅਰ for you to attend these events rather than ਬਈ ਇਕੱਲਾ ਬੰਦਾ ਜਾਵੇ ਉਹਨੂੰ ਫਿਰ ਬੜਾ ਆਈਸੋਲੇਟਡ ਹੋ ਕੇ ਤੁਸੀਂ ਬਹੁਤ ਲਿਮਿਟਡ ਹੋ ਜਾਂਦੇ ਹੋ। Exactly. So, having said that, sir, overall analysis of the whole convention in a sentence, how would you put it? It's a very good beginning and they have a long way to go. The punchline is long way to go. I agree with that part. Yeah. And thank you very much for your time this morning, sir, and I hope our viewers will enjoy this conversation. ਲੇਕਿਨ ਮੈਂ ਸਭ ਨੂੰ ਤੁਹਾਡੇ ਰਾਹੀਂ ਵੀ, ਤੁਹਾਡੇ ਅਖਬਾਰ ਦੇ ਰਾਹੀਂ ਵੀ ਇਹੀ ਕਹਿਣਾ ਚਾਹਾਂਗਾ ਕਿ ਸਾਡੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਭੈਣ ਭਰਾ, we should indulge more in the local administrative setup and local politics also, not just worry about back home. What do you say to that in the end? I think ਸਾਡਾ ਜਿਹੜਾ ਪ੍ਰਾਈਮ ਚਿੰਤਾ ਹੋਣੀ ਚਾਹੀਦੀ ਹੈ ਉਹ ਤਾਂ ਕਰੰਟਲੀ ਇੱਥੇ ਹੀ ਹੋਣੀ ਚਾਹੀਦੀ ਹੈ। We are nothing but Canadians. ਸੋ ਜੇ ਕਿਸੇ ਨੂੰ ਇੰਡੀਆ ਦੀ ਇਲੈਕਸ਼ਨ ਦਾ ਕੋਈ ਦਿਲਚਸਪੀ ਆ, ਉਨੀ ਕਿਸੇ ਨੂੰ ਓਬਾਮਾ ਦੀ ਇਲੈਕਸ਼ਨ ਦੀ ਵੀ ਦਿਲਚਸਪੀ ਹੋ ਸਕਦੀ ਆ, ਡੇਵਿਡ ਕੈਮਰੌਨ ਦੀ ਪੋਲੀਟਿਕਸ ਨਾਲ ਵੀ ਉਨੀ ਦਿਲਚਸਪੀ ਹੋ ਸਕਦੀ ਹੈ। ਕਿਉਂਕਿ ਇਫ ਯੂ ਆਰ ਪੋਲੀਟੀਕਲ ਮੈਨ, ਯੂ ਥਿੰਕ ਵਾਟਸ ਗੋਇੰਗ ਔਨ ਇਨ ਦ ਵਰਲਡ, ਤੁਸੀਂ ਦੁਨੀਆ 'ਤੇ ਕੀ ਵਾਪਰ ਰਿਹਾ ਉਹਦੇ ਵਿੱਚ ਜਾਣਨਾ ਚਾਹੁੰਦੇ ਹੋ। ਪਰ ਜੇ ਤੁਹਾਨੂੰ ਇਹ ਨਹੀਂ ਪਤਾ ਵੀ ਤੁਹਾਡੇ ਘਰ 'ਚ ਕੀ ਵਾਪਰਿਆ ਵਿਚ ਇਸ ਕੈਨੇਡਾ, ਤਾਂ ਦੈਨ ਆਈ ਡੋਂਟ ਥਿੰਕ ਵਾਟ ਮੈਟਰਸ ਵਾਟ ਵੀ ਨੋ ਵੀ ਓਬਾਮਾ ਸਾਹਿਬ ਦੀ ਇਲੈਕਸ਼ਨ ਜਾਂ ਉਹਨਾਂ ਦੀ ਪੋਲੀਟਿਕਸ ਦੇ ਬਾਰੇ ਕੀ ਹੋ ਰਿਹਾ, ਪੰਜਾਬ 'ਚ ਕੀ ਹੋਣਾ ਕੀ ਨਹੀਂ ਹੋਣਾ, ਇਹਦਾ ਮੈਨੂੰ ਕਦੇ ਬਾਹਲਾ ਫਰਕ ਤਾਂ ਲੱਗਿਆ ਨਹੀਂ। ਬਹੁਤ ਸਾਰੀਆਂ ਇਲੈਕਸ਼ਨਸ ਪਹਿਲਾਂ ਵੀ ਵੇਖੀਆਂ, ਉਹਨਾਂ ਦੇ ਰਿਜ਼ਲਟਸ ਵੀ ਵੇਖੇ, ਡਰਾਮੈਟਿਕਲੀ ਡਰੈਸਟਿਕ ਰਿਜ਼ਲਟਸ ਵੀ ਆਏ, ਟੋਟਲੀ 90 ਡਿਗਰੀ ਦੇ ਉੱਤੇ ਜਾ ਕੇ ਵੀ ਜਿਹੜੇ ਰਿਜ਼ਲਟਸ ਨੇ 180 ਡਿਗਰੀ 'ਤੇ ਵੀ ਕਾਂਗਰਸ ਅਕਾਲੀ ਕਾਂਗਰਸ ਆਉਂਦੇ ਰਹੇ, ਪਰ ਸਿਚੁਏਸ਼ਨ ਕਦੇ ਨਹੀਂ ਬਦਲੀ। ਸੋ ਹੁਣ ਵੀ ਕੀ ਗਾਰੰਟੀ ਆ ਕਿ ਬਦਲੂਗੀ। ਸੋ ਆਈ ਥਿੰਕ ਉਹਨੂੰ ਵਾਚ ਤਾਂ ਆਫਕੋਰਸ ਕਰਨਾ ਹੀ ਚਾਹੀਦਾ। ਸਾਡੀ ਬੈਕ ਹੋਮ ਦੀ ਹੈ, ਚਾਹੇ ਉਹ ਪਾਕਿਸਤਾਨ ਦੇ ਵਿੱਚ ਹੁਣ ਕਰੰਟਲੀ ਸਾਡੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਆ, ਕ੍ਰਿਕਟ ਦੇ ਪਲੇਅਰ ਸੱਜਣ, ਉਹਨਾਂ ਦੀ ਪੋਲੀਟਿਕਸ ਆ। ਇਟਸ ਨਾਈਸ ਟੂ ਨੋ, ਸਾਨੂੰ ਇਰਦ ਗਿਰਦ ਪਤਾ ਹੋਣਾ ਚਾਹੀਦਾ। ਬਟ ਦੇ ਆਰ ਨਾਟ ਗੋਇੰਗ ਟੂ ਹੈਵ ਅ ਵੈਰੀ ਵਾਸਟ ਇਫੈਕਟ ਔਨ ਆਰ ਡੇ ਟੂ ਡੇ ਲਾਈਫ। ਕੋਈ ਇੰਪੈਕਟ ਵੀ ਬੇਸਿਕਲੀ ਨਹੀਂ ਹੋਣਾ, ਕੋਈ ਇੰਪੈਕਟ ਵੀ ਨਹੀਂ ਹੋਣਾ ਸਾਡੀ ਡੇ ਟੂ ਡੇ ਲਾਈਫ ਦੇ ਉੱਤੇ, ਜਦੋਂ ਕਿ ਕੈਨੇਡਾ ਦਾ ਮਿਊਨਿਸਪਲੀ, ਪ੍ਰੋਵਿੰਸ਼ਲੀ, ਫੈਡਰਲੀ ਕੋਈ ਵੀ ਫੈਸਲਾ ਜਿਹੜਾ ਉਹ ਸਾਨੂੰ ਡਾਇਰੈਕਟਲੀ ਹਿੱਟ ਕਰਦਾ। ਇਸ ਕਰਕੇ ਸਾਨੂੰ ਇੱਥੇ ਤਾਂ ਬਿਲਕੁਲ ਪ੍ਰਾਇੋਰਟੀ ਦੇ ਉੱਤੇ ਇਨਵੋਲਵ ਹੋਣਾ ਚਾਹੀਦਾ। ਇੱਥੋਂ ਸਾਨੂੰ ਕਦੇ ਵੀ ਕੰਨੀ ਨਹੀਂ ਕਤਰਾਉਣੀ ਚਾਹੀਦੀ। ਦਿਸ ਇਜ਼ ਵਾਟ ਆਈ ਬਲੀਵ। Once again, sir, thank you very much, and thank you everybody for watching, and I hope ਕਿ ਅਸੀਂ ਕੁਛ ਨਾ ਕੁਛ ਅੱਛੀ ਜਾਣਕਾਰੀ accomplish ਕੀਤੀ ਹੋਏਗੀ ਇਸ discussion ਤੋਂ। Do have a nice day. ਮੈਂ ਇਸ ਦੇ ਨਾਲ ਹੀ ਵਾਰਿਸ ਸਾਹਿਬ ਹੋਰਾਂ ਦਾ ਧੰਨਵਾਦ ਕਰਨਾ ਚਾਹੁੰਦਾ, ਖਾਸ ਕਰਕੇ ਬ੍ਰੈਕਫਾਸਟ ਬਜ਼ ਟੈਲੀਵਿਜ਼ਨ ਪ੍ਰੋਗਰਾਮ ਜਿਹੜਾ ਕਿ you see it everywhere. You turn your computer on
ਤੁਸੀਂ ਆਪਣੇ ਕੰਪਿਊਟਰ ਤੇ ਫੇਸਬੁੱਕ ਤੇ ਜਾਓ ਤਾਂ ਬ੍ਰੈਕਫਾਸਟ ਬਜ਼ ਦਾ ਜਿਹੜਾ ਲੋਗੋ ਆ ਤੁਹਾਡੇ ਸਾਹਮਣੇ ਆ ਜਾਂਦਾ। ਦਿਸ ਇਜ਼ ਹਾਊ ਪੋਪੂਲਰ ਦਿਸ ਪ੍ਰੋਗਰਾਮ ਹੈਜ਼ ਬਿਨ ਐਂਡ ਆਈ ਥਿੰਕ ਸੁਰਸਾਗਰ ਟੈਲੀਵਿਜ਼ਨ ਅਤੇ ਬ੍ਰੈਕਫਾਸਟ ਬਜ਼ ਇਹਨਾਂ ਦਾ ਰਿਸ਼ਤਾ ਬੜਾ ਸਟਰੋਂਗ ਹੈ ਤੇ ਤੁਸੀਂ ਇਹਨਾਂ ਨੂੰ ਹਰ ਹਫਤੇ ਵੇਖਦੇ ਹੋ, ਇੰਜੋਏ ਕਰਦੇ ਹੋ। ਇਹ 'ਚ ਡਿਸਕਸ਼ਨਸ ਹੁੰਦੀਆਂ, ਸ਼ਾਇਦ ਐਂਟਰਟੇਨਮੈਂਟ ਤਾਂ ਘੱਟ ਹੀ ਹੁੰਦੀ ਹੈ, ਪਰ ਡਿਸਕਸ਼ਨਸ ਹੁੰਦੀਆਂ ਜਿੱਤੋਂ ਤੁਸੀਂ ਆਪਣੇ ਕੁਝ ਵਿਚਾਰਾਂ ਦੇ ਵਿੱਚ ਤਬਦੀਲੀਆਂ ਲਿਆ ਸਕਦੇ ਹੋ। ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।